Hello students, today we will revise some important complex structures for line graph. By using these structures, you can boost your band score in your final exam. Actually, before this video, मैं ਲਾਈਨ ਗ੍ਰਾਫ ਪਾਰਟ 2 ਵੀਡੀਓ ਅਪਲੋਡ ਕਰੀ ਹੈ ਇਸ ਚੈਨਲ ਉੱਪਰ ਜਿਸ ਵੀਡੀਓ ਦੇ ਵਿੱਚ ਮੈਂ ਕੁਝ ਇੰਪੋਰਟੈਂਟ ਬੈਂਡ ਬੂਸਟਰ ਸਟਰਕਚਰਸ ਐਕਸਪਲੇਨ ਕਰੀਆਂ ਫॉर ਲਾਈਨ ਗ੍ਰਾਫ ਐਂਡ ਅਗੇਨ ਆਪਾਂ ਉਹ ਫਾਰਮੈਟ ਨੂੰ ਰਿਵਾਈਜ਼ ਕਰਦੇ ਹਾਂ ਕੁਝ ਹੋਰ ਐਗਜ਼ਾਮਪਲਸ ਲੈ ਕੇ ਸੋ ਦੈਟ ਤੁਹਾਨੂੰ ਇਹ ਸਟਰਕਚਰਸ ਪ੍ਰੋਪਰਲੀ ਕਲੀਅਰ ਹੋ ਜਾਣ ਐਂਡ ਆਫਟਰ ਦਿਸ ਵੀਡੀਓ ਆਈ ਵਿਲ ਅਪਲੋਡ ਲਾਈਨ ਗ੍ਰਾਫ ਪਾਰਟ 3. In that video, I will explain you how to write a line graph in a wonderful way. I will explain you how to use all these structures in a line graph. So, let's get started. So, before starting this video, please subscribe this channel. Now, ਆਪਾਂ ਕੁਝ ਸਟਰਕਚਰਸ ਲੈਣੇ ਆ ਜਸਟ ਐਗਜ਼ਾਮਪਲਸ ਲਿੱਤੀਆਂ ਸੋ ਦੈਟ ਤੁਹਾਨੂੰ ਇਹ ਕੰਪਲੈਕਸ ਸੈਂਟੈਂਸਸ ਪ੍ਰੋਪਰਲੀ ਕਲੀਅਰ ਹੋ ਜਾਣ ਐਂਡ ਤੁਹਾਨੂੰ ਕੋਈ ਵੀ ਡਾਊਟ ਨਾ ਰਹੇ ਇਸ ਸਟਰਕਚਰਸ ਦੇ ਵਿੱਚ ਆਪਾਂ ਕੁਝ ਐਗਜ਼ਾਮਪਲਸ ਲੈਣੇ ਆ ਦੇਖੋ ਆਪਣੇ ਕੋਲ ਆ ਲਾਈਨ ਗ੍ਰਾਫ ਦੇ ਵਿੱਚ ਇਸ ਟਾਈਪ ਦੀਆਂ ਲਾਈਨਸ ਹੁੰਦੀਆਂ ਜਸਟ ਮੈਂ ਐਗਜ਼ਾਮਪਲ ਦਿੱਤੀ ਆ ਆਪਣੇ ਕੋਲ ਲਾਈਨ ਡਿਕਰੀਜ਼ ਹੋ ਰਹੀ ਆ ਕਿੱਥੋਂ ਤੱਕ ਪਹੁੰਚ ਗਈ 70% ਤੱਕ ਇਨ ਦਾ ਈਅਰ 2004 ਐਂਡ ਦੈਨ ਇਹ ਲਾਈਨ ਇਨਕਰੀਜ਼ ਹੋ ਗਈ 95% ਤੇ ਪਹੁੰਚ ਗਈ ਇਨ 2005 ਆਪਾਂ ਇਹ ਦੋ ਲਾਈਨਸ ਨੂੰ ਅਗਰ ਸਿੰਪਲ ਫਾਰਮ ਵਿੱਚ ਐਕਸਪਲੇਨ ਕਰੀਏ ਦੈਨ ਆਪਾਂ ਇਸ ਟਾਈਪ ਵਿੱਚ ਸਟਰਕਚਰਸ ਲਿਖਾਂਗੇ ਬਟ ਆਪਾਂ ਦੇਖਾਂਗੇ ਕਿ ਇਹ ਦੋ ਲਾਈਨਸ ਨੂੰ ਆਪਾਂ ਕੰਬਾਈਨ ਕਰਕੇ ਸਿੰਗਲ ਲਾਈਨ ਵਿੱਚ ਕਿਸ ਤਰ੍ਹਾਂ ਰਾਈਟ ਕਰ ਸਕਦੇ ਹਾਂ ਐਂਡ ਕਿਸ ਤਰ੍ਹਾਂ ਆਪਾਂ ਆਪਣੇ ਸਿੰਪਲ ਸੈਂਟੈਂਸਸ ਨੂੰ ਕੰਪਲੈਕਸ ਬਣਾ ਸਕਦੇ ਹਾਂ The sale dwindled meaning decrease ਹੋਣਾ the sale dwindled to 70% in 2004 ਕਿ ਜਿਹੜੀ ਸੇਲ ਸੀਗੀ ਸਪੋਜ਼ ਕਰ ਲਓ ਇਹ ਕਿਸੇ ਸੇਲ ਦੀ ਵੈਲਿਊਜ਼ ਨੇ ਕਿ ਜਿਹੜੀ ਸੇਲ ਸੀ ਉਹ ਡਿਕਰੀਜ਼ ਹੋ ਗਈ ਸੀ 70% ਤੇ 2004 ਵਿੱਚ ਡਿਕਰੀਜ਼ ਨੂੰ ਆਪਾਂ ਕੀ ਰਾਈਟ ਕਰ ਰਹੇ ਹਾਂ dwindled ਸੋ ਇਹ ਈਅਰ ਪਾਸਟ ਦਿਆ ਦੈਟਸ ਵਾਈ ਆਪਾਂ ਪਾਸਟ ਵਿੱਚ ਸੈਂਟੈਂਸ ਨੂੰ ਰਾਈਟ ਕਰ ਰਹੇ ਹਾਂ ਪਾਸਟ ਵਿੱਚ ਵਰਬ ਦੀਆਂ ਫਾਰਮਸ ਰਾਈਟ ਕਰ ਰਹੇ ਹਾਂ ਵਰਬ ਦੀ ਸੈਕਿੰਡ ਫਾਰਮ ਰਾਈਟ ਕਰ ਰਹੇ ਹਾਂ ਕਿ ਜਿਹੜੀ ਸੇਲ ਆ ਉਹ ਡਿਵਿੰਡਲ ਕਰ ਗਈ ਸੀ 70% ਤੇ ਇਨ 2004 ਦੈਨ ਆਪਾਂ ਇਹ ਲਾਈਨ ਐਕਸਪਲੇਨ ਕਰਦੇ ਹਾਂ ਦ ਸੇਲ ਸਕਾਈ ਰੌਕਟਡ ਟੂ 95% ਇਨ 2005 ਸਕਾਈ ਰੌਕਟ ਜਦੋਂ ਕਾਫੀ ਜ਼ਿਆਦਾ ਇਨਕਰੀਜ਼ ਹੋ ਜੇ ਦੇਖੋ 70% ਟੂ 95% ਤੱਕ 25% ਦਾ ਇਨਕਰੀਜ਼ ਹੋ ਗਿਆ ਇਹ ਕਾਫੀ ਵੱਡਾ ਇਨਕਰੀਜ਼ ਆ ਸੋ ਜਦੋਂ ਕਾਫੀ ਵੱਡਾ ਇਨਕਰੀਜ਼ ਹੋ ਜੇ ਦੈਨ ਆਪਾਂ ਯੂਜ਼ ਕਰਦੇ ਹਾਂ ਵਰਡ ਸਕਾਈ ਰੌਕਟਡ ਦ ਸੇਲ ਸਕਾਈ ਰੌਕਟਡ ਟੂ 95% ਇਨ 2005 ਇਹ ਸਿਰਫ ਆਪਾਂ ਇਨਕਰੀਜ਼ ਦੇ ਵਿੱਚ ਹੀ ਰਾਈਟ ਕਰਨਾ ਡਿਕਰੀਜ਼ ਵਿੱਚ ਰਾਈਟ ਨਹੀਂ ਕਰਾਂਗੇ ਸੋ ਇਹ ਦੋ ਸਿੰਪਲ ਸੈਂਟੈਂਸਸ ਨੂੰ ਆਪਾਂ ਕੰਪਲੈਕਸ ਫਾਰਮ ਵਿੱਚ ਰਾਈਟ ਕਰਦੇ ਹਾਂ ਕੰਬਾਈਨ ਕਰਕੇ ਸਿੰਗਲ ਸੈਂਟੈਂਸ ਵਿੱਚ ਇਹ ਦੋਨੋਂ ਲਾਈਨਸ ਨੂੰ ਐਕਸਪਲੇਨ ਕਰਦੇ ਹਾਂ ਦੇਖੋ ਦ ਸੇਲ ਵਰਬ ਦੀ ਕਿਹੜੀ ਫਾਰਮ ਆ ਡਿਵਿੰਡਲਡ ਇੱਥੇ ਸੈਕਿੰਡ ਫਾਰਮ ਯੂਜ਼ ਕਰੀ ਜਦੋਂ ਆਪਾਂ ਕੰਬਾਈਨ ਕਰਨਾ ਇਹਨਾਂ ਦੋਨਾਂ ਨੂੰ ਆਪਾਂ ਰਾਈਟ ਕਰਾਂਗੇ ਜੋ ਵੀ ਇੱਥੇ ਤੁਸੀਂ ਵਰਡ ਯੂਜ਼ ਕਰ ਰਹੇ ਹੋ ਜੋ ਵੀ ਵਰਬ ਦੀ ਫਾਰਮ ਯੂਜ਼ ਕਰ ਰਹੇ ਹੋ ਸੈਕਿੰਡ ਵਾਲੀ ਨੂੰ ਵਰਬ ਦੀ ਫਸਟ ਫਾਰਮ ਵਿੱਚ ਰਾਈਟ ਕਰਾਂਗੇ ਪਲੱਸ ING ਯੂਜ਼ ਕਰਾਂਗੇ ਡਿਵਿੰਡਲਡ ਨੂੰ ਕੀ ਰਾਈਟ ਕਰਿਆ ਡਿਵਿੰਡਲਡ ਦੀ ਫਸਟ ਫਾਰਮ ਹੁੰਦੀ ਆ ਡਿਵਿੰਡਲ ਐਂਡ ING ਯੂਜ਼ ਕਰਕੇ ਆਪਣਾ ਬਣ ਗਿਆ ਡਿਵਿੰਡਲਿੰਗ to 70% in 2004 to 70% in 2004 then we will use comma then the sale we will write here the sale skyrocketed to 95% in 2005 same skyrocketed to 95% in 2005 here we will use verb the first form plus ING but here we will use verb the second form मीनिंग की हो गया ਡਿਵਿੰਡਲਿੰਗ ਟੂ 70% ਕਿ 70% ਤੱਕ ਡਿਕਰੀਜ਼ ਹੁੰਦੇ ਹੋਏ ਜਿਹੜੀ ਸੇਲ ਸੀਗੀ ਉਹ ਸਕਾਈ ਰੌਕਟ ਕਰ ਗਈ 95% ਤੇ ਇਨ 2005 ਸੋ ਵਰਬ ਦੀ ਸੈਕਿੰਡ ਫਾਰਮ ਨੂੰ ਰਾਈਟ ਕਰਾਂਗੇ ਵਰਬ ਦੀ ਫਰਸਟ ਫਾਰਮ ਪਲੱਸ ING then same sentence then we will use comma the sale we will write here the sale verb the second form here we will use second form of verb and then same sentence so
अगर तुहानूं कोई भी डाउट होया तो कमेंट सैक्शन में कमेंट कर देना। नैक्सट एग्जाम्पल देखते आपां, अपनी सेल आ जिहड़ी वो स्टार्ट हो रही है 4% ते इन 1994। इत्थे भी आपां जस्ट एक एग्जाम्पल लिती, कोई सेल आ, उन्दियां वैल्यूज राइट कर लित्तियां आपां, सेल ऑफ बुक्स, सेल ऑफ कार, सेल ऑफ शूज, एनीथिंग, कि सेल स्टार्ट हो रही है 4% ते इन द ईयर 1994। ये फर्स्ट लाइन होगी। दैन सेल इनक्रीज होगी 8% ते इनक्रीज होगी इन 2004। आपां रैंडमली कोई भी ईयर लै लित्ते, अगेन ईयरस पास्ट दे आ, दैट्स वाई आपां सेंटेंस नूं सिंपल फॉर्म विच अगर देखिए तो पास्ट विच लिखांगे। सो द एक्सपेंडिचर, देखो ये सेल नहीं, ये एक्सपेंडिचर दियां वैल्यूज ने, तुसीं सेल भी राइट कर सकते हो, जस्ट आपां एग्जाम्पल ही लैनी आ। द एक्सपेंडिचर स्टार्टड एट 4% इन 1994, कि 1994 विच एक्सपेंडिचर स्टार्ट कित्थों हो रहा है, 4% तो, कि 4% ते एक्सपेंडिचर स्टार्ट हो रहा है। वर्ब दी सैकेंड फॉर्म राइट करी, बिकॉज ईयर किहड़ा 1994, यह पास्ट दा ईयर, सो आपां वर्ब दी सैकेंड फॉर्म राइट करी। यह पार्ट नूं एक्सप्लेन कर दिता। नैक्सट पार्ट नूं एक्सप्लेन करदे आं। 4% टू 8% हो गई, सो 4% का डबल हो गया 8%। द एक्सपेंडिचर रोज टू इट्स डबल इन 2004, कि जिहड़ा एक्सपेंडिचर सीगा वो राइज कर गया, राइज दी सैकेंड फॉर्म रोज, कि एक्सपेंडिचर रोज टू इट्स डबल, 4% का डबल बन गया 8% इन 2004। सो ये सिंपल सेंटेंसिस नूं आपां कंबाइन करके सिंगल सेंटेंस विच राइट करदे हां। वर्ब दी सैकेंड फॉर्म, वर्ब दी फर्स्ट फॉर्म प्लस ING। स्टार्टड दी फर्स्ट फॉर्म हुंदी स्टार्ट प्लस ING यूज करिया, स्टार्टिंग at 4% in 1994, at 4% in 1994. Then we will use comma, then the expenditure, we will write here the expenditure. Rose, verb the second form, here again we will write second form of verb, rose to its double in 2004, same sentence. सो यह सिंगल सेंटेंस आ, यह कंपलैक्स सेंटेंस आ। मीनिंग की हो गया स्टार्टिंग एट 4%, कि 4% ते स्टार्ट होंदे हुए इन 1994 जिहड़ा एक्सपेंडिचर सी वो राइज कर गया सी इहदे डबल ते, जां तुसीं इदां भी राइट कर सकदे हो 8% ते। आपां जस्ट वैरायटी दे लई इस वे दे विच राइट करिया कि इहदे डबल ते पहुंच गया। नैक्सट ये एग्जाम्पल आ, इहनूं आपां राइट करदे हां। द इनकम, जस्ट आपां दो सेंटेंस लै लित्ते। द इनकम इनिशिएटेड एट 10% इन 2001, कि इनकम जिहड़ी स्टार्ट हुई 10% तो हुई 2001 दे विच। सैकेंड सेंटेंस, द इनकम सोड टू 30% इन 2004। सोर मीनिंग इनक्रीज होना, काफ़ी इनक्रीज हो जाना, 10% तो 30% तक इनक्रीज होया, 20% का इनक्रीज हो गया, काफ़ी वड्डा इनक्रीज आ। अगर आपां कहिए 10% टू 11% हो गया, दैन तो 1% का इनक्रीज होना सी, कोई एडा इनक्रीज नहीं सीगा। अगर 10 टू 12% हो जाता, दैन भी कोई वड्डा इनक्रीज नहीं सी होना। 10 टू 30%, 20% की वैल्यू इनक्रीज हो रही, काफ़ी वड्डी है। सो आपां किहड़ी वर्ड यूज करिया, सोड। ये सारे तुहानूं वोकैब लाइन ग्राफ दे लई मैं पार्ट 1 दे विच अपलोड करी आ, तुसीं उत्थों देख लेना। पार्ट 1 एंड 2 का मैं लिंक डिस्क्रिप्शन बॉक्स में प्रोवाइड कर दूँगी, तुसीं क्लिक करके देख लेना। सो ये दो सेंटेंसिस नूं, ये बिल्कुल सिंपल सेंटेंस आ। अगर आप अपने लाइन ग्राफ में सिंपल सेंटेंस राइट करांगे, दैन अपना बैंड स्कोर भी फिर उदां ही आऊगा। अगर आप सेंटेंसिस नूं वधिया वे दे विच एक्सप्लेन करांगे, कंपलैक्स बनावांगे, वैरायटी लैके आवांगे, दैन ओबवियसली अपना बैंड स्कोर बूस्ट होऊगा। सो देखदे आपां वर्ब दी सैकेंड फॉर्म, हेयर वी विल यूज फर्स्ट फॉर्म ऑफ वर्ब प्लस ING। इनिशिएटेड दी फर्स्ट फॉर्म की होगी इनिशिएट प्लस ING, इनिशिएटिंग, दैन सेम सेंटेंस, initiating at 10% in 2001, at 10% in 2001, then comma, the income, we will write here the income, sold verb the second form, here we will use second form of verb, sold, then same sentence to 30% in 2004 to 30% in 2004. so ये बहुत सिंपल आ बट स्कोरिंग आ। नैक्सट ये दो सेंटेंस दिते आ,
ਤੁਸੀਂ ਇਹਨਾਂ ਨੂੰ ਕੰਬਾਈਨ ਕਰਕੇ ਸਿੰਗਲ ਸੈਂਟੈਂਸ ਵਿੱਚ ਰਾਈਟ ਕਰਨਾ, ਕਮੈਂਟ ਸੈਕਸ਼ਨ ਵਿੱਚ ਰਾਈਟ ਕਰ ਦਿਓ। ਦੈਨ ਅਗੇਨ 2 ਸੈਂਟੈਂਸਿਸ ਹੈਗੇ ਆ, ਤੁਸੀਂ ਇਹਨਾਂ ਨੂੰ ਸਿੰਗਲ ਸੈਂਟੈਂਸ ਵਿੱਚ ਕੰਬਾਈਨ ਕਰਕੇ ਕਮੈਂਟ ਸੈਕਸ਼ਨ ਵਿੱਚ ਰਾਈਟ ਕਰ ਦੇਣਾ। ਅਗਰ ਕੋਈ ਡਾਊਟ ਆਇਆ ਦੈਨ ਮੈਂ ਤੁਹਾਨੂੰ ਕਲੀਅਰ ਕਰ ਦੂੰਗੀ। ਨੈਕਸਟ ਵਨ ਮੋਰ ਸੈਂਟੈਂਸ, ਵਨ ਮੋਰ ਐਗਜ਼ਾਮਪਲ। ਸੋ ਇਸ ਨੂੰ ਵੀ ਤੁਸੀਂ ਕਰਿਓ। ਨੈਕਸਟ ਆਪਾਂ ਹੁਣ 3 ਸੈਂਟੈਂਸਿਸ ਨੂੰ ਦੇਖਦੇ ਹਾਂ ਕਿੱਦਾਂ ਕੰਬਾਈਨ ਕਰਕੇ ਸਿੰਗਲ ਸੈਂਟੈਂਸ 'ਚ ਲਿਖਣਾ। ਦੇਖੋ ਅਗਰ ਤੁਸੀਂ ਇਹ ਯੂਜ਼ ਕਰੋਗੇ ਆਪਣੇ ਗ੍ਰਾਫ ਦੇ ਵਿੱਚ ਦੈਨ ਤੁਹਾਡੇ ਰੀਅਲੀ ਬੈਂਡ ਸਕੋਰ ਇੰਪਰੂਵ ਹੋਊਗਾ। ਆਪਾਂ ਦੇਖਦੇ ਸਿੰਪਲ ਸੈਂਟੈਂਸਿਸ, ਇਹ ਜਸਟ ਮੈਂ ਐਗਜ਼ਾਮਪਲਸ ਲਿੱਤੀਆਂ। ਦੇਖੋ ਦੀ ਸੇਲ ਸਟਾਰਟਡ ਐਟ 14% ਇਨ 2004। 2004 ਪਾਸਟ ਦਾ ਈਅਰ, ਦੈਟਸ ਵਾਈ ਆਪਾਂ ਯੂਜ਼ ਕਰੀ ਵਰਬ ਦੀ ਸੈਕਿੰਡ ਫਾਰਮ ਸਟਾਰਟ ਦੀ। ਸੈਕਿੰਡ ਫਾਰਮ ਹੁੰਦੀ ਆ ਸਟਾਰਟਡ, ਕਿ ਜਿਹੜੀ ਸੇਲ ਸੀ ਉਹ ਸਟਾਰਟ ਹੋਈ ਸੀ 14% ਤੇ 2004 ਦੇ ਵਿੱਚ। ਦੀ ਸੇਲ ਐਸਕਲੇਟਡ ਟੂ 20% ਇਨ 2005। ਐਸਕਲੇਟ ਮੀਨਿੰਗ ਇਨਕਰੀਜ਼ ਹੋਣਾ, ਐਸਕਲੇਟ ਦੀ ਸੈਕਿੰਡ ਫਾਰਮ ਹੁੰਦੀ ਐਸਕਲੇਟਡ। ਦੈਨ ਦੀ ਸੇਲ ਡਿਵਿੰਡਲ ਟੂ ਇਟਸ ਹਾਫ ਇਨ 2006, ਕਿ 2006 ਵਿੱਚ ਇਹਦੇ ਹਾਫ ਤੇ ਹੋ ਗਈ 20%, ਦਾ ਹਾਫ ਕਿੰਨਾ ਹੋ ਜਾਊਗਾ 10%। ਇੱਥੇ ਤੁਸੀਂ 10% ਵੀ ਰਾਈਟ ਕਰ ਸਕਦੇ ਹੋ, ਬਟ ਵੈਰਾਈਟੀ ਦੇ ਲਈ ਆਪਾਂ ਕੀ ਰਾਈਟ ਕਰ ਦਿੱਤਾ, ਅਗਰ ਸੇਮ ਹੀ ਹੋ ਜਾਣਾ ਸੀਗਾ ਆਪਾਂ ਚੇਂਜ ਲਈ ਕੀ ਰਾਈਟ ਕਰ ਦਿੱਤਾ, ਇਟਸ ਹਾਫ 20% ਦਾ ਹਾਫ 10%। 2005 ਟੂ 2006 ਡਿਵਿੰਡਲ ਦਾ ਮੀਨਿੰਗ ਹੋਣਾ ਡਿਕਰੀਜ਼ ਹੋਣਾ। ਸੋ ਇੱਥੇ ਆਪਾਂ ਰਾਈਟ ਕਰਦੇ ਹਾਂ ਸੈਕਿੰਡ ਫਾਰਮ। ਹੇਅਰ ਵੀ ਵਿਲ ਯੂਜ਼ ਫਸਟ ਫਾਰਮ ਪਲੱਸ ING ਸਟਾਰਟਿੰਗ। ਦੈਨ ਸੇਮ ਸੈਂਟੈਂਸ at 14% in 2004। here we will use and escalated ਦੀ ਸੈਕਿੰਡ ਫਾਰਮ ਨੂੰ ਯੂਜ਼ ਕਰਿਆ। ਐਸਕਲੇਟਡ ਦੀ ਇਹ ਸੈਕਿੰਡ ਫਾਰਮ ਆ, ਫਸਟ ਫਾਰਮ ਆਪਾਂ ਦੇਖਦੇ ਹਾਂ ਐਸਕਲੇਟ ਹੋਊਗੀ ਪਲੱਸ ING ਐਸਕਲੇਟਿੰਗ ਟੂ 20% in 2004 to 20% in 2005। then we will use comma, the sale। here we will write the sale। dwindled the second form, here again we will use second form of verb dwindled। then same sentence to its half in 2006। ਅਗੇਨ ਮੈਂ ਐਕਸਪਲੇਨ ਕਰ ਦਿੰਦੀ ਹਾਂ। ਵਰਬ ਦੀ ਸੈਕਿੰਡ ਫਾਰਮ ਸੀ, ਆਪਾਂ ਯੂਜ਼ ਕਰਾਂਗੇ ਵਰਬ ਦੀ ਫਸਟ ਫਾਰਮ ਪਲੱਸ ING ਸਟਾਰਟਿੰਗ। at 14% in 2004 at 14% in 2004। then we will use and verb the second form, here we will use first form of verb plus ING escalating to 20% in 2004। then we will use comma, the sale। here we will write the sale। ਜੋ ਵੀ ਇੱਥੇ ਹੋਊਗਾ ਉਹੀ ਸੇਮ ਆਪਾਂ ਇੱਥੇ ਰਾਈਟ ਕਰ ਦੇਣਾ। ਸੈਕਿੰਡ ਫਾਰਮ ਟੂ ਇਟਸ ਹਾਫ ਇਨ 2006। ਸੋ ਇਹ ਸੀ ਆਪਣਾ ਕੰਪਲੈਕਸ ਫਾਰਮੇਸ਼ਨ। ਨੈਕਸਟ ਇਹ 3 ਸੈਂਟੈਂਸਿਸ ਨੂੰ ਤੁਸੀਂ ਕੰਬਾਈਨ ਕਰਕੇ ਰਾਈਟ ਕਰਨਾ ਹੈ। ਜਿਹੜੀਆਂ ਵਰਬਸ ਨੂੰ ਚੇਂਜ ਕਰਨਾ ਉਹ ਮੈਂ ਹਾਈਲਾਈਟ ਕਰ ਦਿੱਤੀਆਂ ਹੈ। ਨੈਕਸਟ ਸੇਮ ਵਨ ਮੋਰ ਐਗਜ਼ਾਮਪਲ। ਵਰਬ ਦੀਆਂ ਪੀਕਡ ਆਊਟ ਮੀਨਿੰਗ ਹੁੰਦਾ ਜਦੋਂ ਸਿਖਰ ਤੇ ਪਹੁੰਚ ਜੇ, ਹਾਈਐਸਟ ਪੁਆਇੰਟ ਤੇ ਪਹੁੰਚ ਜੇ, ਉਹਨੂੰ ਆਪਾਂ ਕੀ ਰਾਈਟ ਕਰਦੇ ਹਾਂ ਪੀਕਡ ਆਊਟ ਐਟ 15%। ਬੋਟਮਡ ਆਊਟ ਦਾ ਮੀਨਿੰਗ ਹੁੰਦਾ ਜਦੋਂ ਸਭ ਤੋਂ ਲੋਐਸਟ ਪੁਆਇੰਟ ਤੇ ਪਹੁੰਚ ਜਾਏ ਆਪਣਾ ਗ੍ਰਾਫ, ਉਸ ਨੂੰ ਕਹਿੰਦੇ ਬੋਟਮਡ ਆਊਟ। ਸੋ ਇਹ ਸੀ ਆਪਣੀ ਰਿਵੀਜ਼ਨ ਕੰਪਲੈਕਸ ਸਟਰਕਚਰਸ ਦੀ। I hope you guys will like this, and on this channel I will provide you super classes regarding IELTS। we will ਆਪਾਂ ਇਸ ਚੈਨਲ ਉੱਪਰ all modules ਕਰਾਂਗੇ ਲਾਈਕ IELTS ਰਾਈਟਿੰਗ, ਟਾਸਕ 1, ਟਾਸਕ 2, ਲਿਸਨਿੰਗ, ਰੀਡਿੰਗ, ਸਪੀਕਿੰਗ, each and everything regarding IELTS, so that ਤੁਹਾਡਾ 7+ ਬੈਂਡ ਸਕੋਰ ਆ ਸਕੇ ਤੁਹਾਡੇ ਫਾਈਨਲ ਐਗਜ਼ਾਮ ਦੇ ਵਿੱਚ। and for that make sure to subscribe this channel and please like and share this video। and line graph ਦਾ ਪਾਰਟ 1 and 2 ਜੋ ਮੈਂ ਐਕਸਪਲੇਨ ਕਰਾਇਆ, ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਲਈ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਜਾਂ ਕਮੈਂਟ ਸੈਕਸ਼ਨ ਵਿੱਚ ਪ੍ਰੋਵਾਈਡ ਕਰ ਦੂੰਗੀ, ਤੁਸੀਂ ਉੱਥੋਂ ਕਲਿੱਕ ਕਰਕੇ ਦੇਖ ਲੈਣਾ। ਐਂਡ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਥੈਂਕ ਯੂ।